है। कहा कि शूटिंग ते जाण तो पहला टेस्ट करवाया, रिपोर्ट पॉजिटिव आई है। सारियां सावधानियां वरतन के बावजूद रिपोर्ट पॉजिटिव आई है। हिमांशी ने संपर्क दे विच आउण वालियां नूं टेस्ट करवाउण दे लई कहा है ते प्रदर्शन दे विच शामिल लोकां नूं सावधान रहण दी भी अपील कीती है। तां पंजाबी अदाकार अते गायक हिमांशी खुराना दी कोरोना रिपोर्ट पॉजिटिव आई है। हिमांशी 25 तरीक नूं जो नाभा दे विच कलाकारां दे वल्लों किसानां दे हक दे विच धरना दिता गया, उस दे विच शामिल हुई सी ते हुण हिमांशी दी रिपोर्ट पॉजिटिव आई है, जिस तो बाद कईयां ते हुण कोरोना दा खतरा मंडराउणा शुरू हो गया, क्योंकि उसे धरने दे विच पंजाबी गायक हरभजन मान, रंजीत बावा होर कई नामी गायक उस दे विच शामिल सी ते वड्डी गिणती दे विच लोक भी शामिल सी। हालांकि इस दौरान लोकां दे वल्लों कोरोना नियमां दा ध्यान भी नहीं रखिया गया सी। बहुत सारे लोग अजिहे भी सी जिहड़े बिना मास्क तो घूम रहे सी ते भीड़ इन्नी ज्यादा सी कि सोशल डिस्टेंसिंग किते भी नजर नहीं आ रही सी। हम तो बहुत देर से गले मिले हुए हैं। श्रोमणी अकाली दल इस बिल का विरोध करता है। अकाली दल ने एक अपने मोदी को खिलाफ ਜਿਹੜੇ ਆਪਣੇ ਪੰਜਾਬ ਵਿਰੋਧੀ ਹੈ, ਸਹੀ ਬਣੇ ਤੇ ਦੇਸ਼ ਦੇ ਕਿਸਾਨਾਂ ਦੇ ਵਿਰੋਧੀ ਹੈ। ਅਸੀਂ ਉਸ ਪਾਰਟੀ ਦੇ ਉਸ ਐਨਜੀਓ ਦਾ ਹਿੱਸਾ ਨਹੀਂ ਹੋ ਸਕਦੇ। ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਸਿਆਸੀ ਭੁਚਾਲ ਆਇਆ ਹੋਇਆ ਹੈ, ਕਿਉਂਕਿ 23 ਸਾਲ ਪੁਰਾਣਾ 9 ਮਾਸ ਦਾ ਰਿਸ਼ਤਾ ਖਤਮ ਹੋ ਗਿਆ ਹੈ। ਅਕਾਲੀ ਦਲ ਅਤੇ ਬੀਜੇਪੀ ਦਾ ਗੱਠਜੋੜ ਟੁੱਟਣ ਤੋਂ ਬਾਅਦ ਜਿੱਥੇ ਲਗਾਤਾਰ ਸਿਆਸਤ ਪੱਕੀ ਹੋਈ ਹੈ, ਉੱਥੇ ਬੀਜੇਪੀ ਵੀ ਹੁਣ ਅੱਗੇ ਦੀ ਰਣਨੀਤੀ ਬਣਾਉਣ ਦੇ ਵਿੱਚ ਲੱਗੀ ਹੋਈ ਹੈ। ਬੀਜੇਪੀ ਦੇ ਵਿੱਚ ਲਗਾਤਾਰ ਹਲਚਲ ਹੈ। ਬੀਜੇਪੀ ਕੋਰ ਕਮੇਟੀ ਦੀ ਬੈਠਕ ਚੰਡੀਗੜ੍ਹ ਦੇ ਵਿੱਚ ਚੱਲ ਰਹੀ ਹੈ। ਅਸ਼ਵਨੀ ਸ਼ਰਮਾ ਦੀ ਅਗਵਾਈ ਦੇ ਵਿੱਚ ਇਹ ਬੈਠਕ ਚੱਲ ਰਹੀ ਹੈ। ਬੈਠਕ ਦੇ ਵਿੱਚ ਮੰਥਨ ਕੀਤਾ ਜਾ ਰਿਹਾ ਹੈ ਅੱਗੇ ਦੀ ਰਣਨੀਤੀ ਤੇ। ਗੱਠਜੋੜ ਟੁੱਟਣਾ ਮੰਦਭਾਗੀ ਗੱਲ ਹੈ। ਮਾਸਟਰ ਮੋਹਨ ਲਾਲ ਬੀਜੇਪੀ ਆਗੂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮਲਾਲ ਤਾਂ ਜ਼ਰੂਰ ਹੈ ਕਿ ਇੰਨਾ ਪੁਰਾਣਾ ਰਿਸ਼ਤਾ ਅਚਾਨਕ ਟੁੱਟ ਗਿਆ, ਤੇ ਇਹ ਵੀ ਉਹਨਾਂ ਨੇ ਕਿਹਾ ਕਿ ਬੀਜੇਪੀ ਅੱਗੇ ਵੱਡੀ ਪਾਰਟੀ ਬਣ ਕੇ ਉਭਰੇਗੀ ਪੰਜਾਬ ਦੇ ਵਿੱਚ 2022 ਦੇ ਵਿੱਚ। ਨਾਲ ਹੀ ਬੀਜੇਪੀ ਇਹ ਵੀ ਕਹਿ ਰਹੀ ਹੈ ਕਿ ਅਕਾਲੀ ਦਲ ਨੇ ਜਲਦਬਾਜ਼ੀ ਕੀਤੀ ਹੈ। 2022 ਦੇ ਵਿੱਚ ਇੱਕ ਵੱਡੀ ਸਿਆਸੀ ਧਿਰ ਬਣ ਕੇ ਬੀਜੇਪੀ ਉਭਰੇਗੀ, ਚੋਣਾਂ ਲੜੇਗੀ ਵੀ ਤੇ ਚੋਣਾਂ ਜਿੱਤ ਕੇ ਵੀ ਦਿਖਾਵੇਗੀ। ਬੀਜੇਪੀ ਦਾ ਦਾਅਵਾ ਹੈ ਕਿ ਅਸੀਂ 117 ਸੀਟਾਂ ਤੇ ਆਪਣੇ ਕੈਂਡੀਡੇਟ ਤਿਆਰ ਕੀਤੇ ਹੋਏ ਨੇ। ਹਾਲਾਂਕਿ ਅਕਾਲੀ ਦਲ ਦੇ ਵੱਲੋਂ ਜਦੋਂ ਇਹ ਕਿਹਾ ਜਾ ਰਿਹਾ ਕਿ ਸਾਨੂੰ ਬਿੱਲਾਂ ਦੇ ਬਾਰੇ ਪੂਰੀ ਜਾਣਕਾਰੀ ਨਹੀਂ ਸੀ, ਤਾਂ ਬੀਜੇਪੀ ਦੇ ਵੱਲੋਂ ਪਲਟਵਾਰ ਕਰਦਿਆਂ ਕਿਹਾ ਗਿਆ ਕਿ ਬਿਨਾਂ ਜਾਣਕਾਰੀ ਤੋਂ ਹੀ ਅਕਾਲੀ ਦਲ ਇਹਨਾਂ ਬਿੱਲਾਂ ਦੀ ਪਹਿਲਾਂ ਹਮਾਇਤ ਕਰਦਾ ਰਿਹਾ। ਉਹ ਗੱਲ ਵੱਖਰੀ ਹੈ ਕਿ ਹੁਣ ਅਕਾਲੀ ਦਲ ਦੇ ਵੱਲੋਂ ਯੂ ਟਰਨ ਲੈ ਲਿਆ ਗਿਆ ਹੈ, ਪਰ ਮਨੋਰੰਜਨ ਕਾਲੀਆ ਨੇ ਕਿਹਾ ਕਿ ਅਕਾਲੀ ਦਲ ਦੇ ਨਾਲ ਬਿੱਲ ਵਿਚਾਰੇ ਗਏ ਸੀ ਤੇ ਅਕਾਲੀ ਦਲ ਨੂੰ ਬਿੱਲਾਂ ਦੇ ਬਾਰੇ ਪੂਰੀ ਜਾਣਕਾਰੀ ਸੀ। ਇਹ ਜਿਹੜੀ ਘਟਨਾ ਅਲਾਇੰਸ ਤੋੜਨ ਦੀ ਹੋਈ ਹੈ, ਬੜੀ ਮੰਦਭਾਗੀ ਘਟਨਾ ਹੈ। ਕੋਈ ਅਸੀਂ ਖੁਸ਼ ਨਹੀਂ ਹੈਗੇ ਇਸ ਗੱਲ ਤੇ, ਪਰ ਇਹ ਸ਼੍ਰੋਮਣੀ ਅਕਾਲੀ ਦਲ ਐਡਾ 100 ਸਾਲ ਪੁਰਾਣਾ ਰਾਜਨੀਤਿਕ ਦਲ ਆਪਣੇ ਗਠਬੰਧਨ ਨੂੰ ਸੜਕਾਂ ਤੇ ਤੋੜਦੇ, ਇਹ ਤੇ ਗੱਲ ਮੈਨੂੰ ਸਮਝ ਨਹੀਂ ਲੱਗੀ। ਇਹ ਤੇ ਮੈਨੂੰ ਗੱਲ ਸਮਝ ਆਉਂਦੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਇੱਕ ਟੇਬਲ ਤੇ ਬੈਠ ਕਰਕੇ ਵੱਖਰੇ ਹੋਣ ਦਾ ਫੈਸਲਾ ਕਰ ਲੈਣ। ਇਹ ਤੇ ਮੈਨੂੰ ਲੱਗਦਾ ਸੀਗਾ, ਮੈਨੂੰ ਇਹ ਲੱਗਦਾ ਸੀ ਕਿ ਕੋਰ ਕਮੇਟੀ ਭਾਰਤੀ ਜਨਤਾ ਪਾਰਟੀ ਦੀ ਬੈਠੇਗੀ, ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਬੈਠੇਗੀ, ਆਪਣੇ ਸਕੇ ਭਰਾਵਾਂ ਨੂੰ ਜਿਸ ਤਰ੍ਹਾਂ ਵੱਖ ਹੁੰਦੇ ਨੇ ਹੋ ਜਾਣਗੇ। ਪਰ ਤੁਸੀਂ ਸੜਕਾਂ ਤੇ ਆ ਜਾਓ, ਕਿਸਾਨਾਂ ਦੇ ਹੱਕ 'ਚ ਤੁਸੀਂ ਖੜੇ ਹੋ ਜਾਓ, ਸੜਕਾਂ ਜਾਮ ਕਰ ਦਿਓ ਔਰ ਤੁਸੀਂ ਅਲਾਇੰਸ 'ਚ ਵੀ ਰਹੋ। ਇਹ ਗੱਲਾਂ ਤਾਂ ਨਹੀਂ ਮੰਨ ਸਕਦੀਆਂ। 3 ਮਹੀਨੇ ਤੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਤੇ ਇਹ ਕ੍ਰਿਸ਼ੀ ਦੇ ਤਿੰਨੇ ਆਰਡੀਨੈਂਸਾਂ ਦਾ ਤੁਸੀਂ ਸਮਰਥਨ ਕਰਦੇ ਰਹੋ, ਅਪਰੇਜ਼ਲ ਕਰਦੇ ਰਹੋ, ਕੈਬਨਿਟ ਮੰਤਰੀ ਦੇ ਨਾਤੇ ਤੁਸੀਂ ਇਹਨਾਂ ਬਿੱਲਾਂ ਦੇ ਡੀਟੋ ਕਰਦੇ ਰਹੋ। ਔਰ ਜਿਸਲੇ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ 20-25 ਸੜਕਾਂ ਤੇ ਆ ਗਈਆਂ, ਤੁਸੀਂ ਸਮਝਿਆ ਕਿ ਸਾਡਾ ਧਰਾਤਲ ਖਤਮ ਹੋ ਗਿਆ ਔਰ ਤੁਸੀਂ ਕਿਹਾ ਤਾਂ ਅਸੀਂ ਅਲਾਇੰਸ ਛੱਡਿਆ ਜੀ, ਅਸੀਂ ਅਲਾਇੰਸ ਛੱਡਿਆ ਜੀ। ਕਿਉਂ? ਕੋਈ ਰਾਜਨੀਤੀ 'ਚ ਮਾਨ ਮਰਿਆਦਾ ਵੀ ਹੈ ਕਿ ਨਹੀਂ ਹੈ? ਕਿ ਸਾਡੇ ਭਾਈਵਾਲ ਸਾਡੀ ਪਾਰਟੀ ਰਾਸ਼ਟਰੀ ਜਨਤਾਂਤਰਿਕ ਗਠਬੰਧਨ ਦਾ ਹਿੱਸਾ ਰਹੇ ਭੈਣ ਜੀ ਹਰਸਿਮਰਤ ਕੌਰ ਬਾਦਲ, ਜਿਸ ਕੈਬਨਿਟ 'ਚ ਨਿਰਣय ਆਇਆ ਉਸ ਕੈਬਨਿਟ 'ਚ ਉਹ ਹਾਜ਼ਰ ਸਨ, ਉਹਨਾਂ ਦੇ ਸਮਰਥਨ ਨਾਲ ਨਿਰਣय ਆਇਆ। ਉਹਨਾਂ ਨੇ ਸੰਸ਼ੋਧਨ ਕੀਤੇ ਸੁਖਬੀਰ ਬਾਦਲ ਜੀ ਨੇ। ਉਹਨਾਂ ਨੇ ਕਿਹਾ ਕ੍ਰਿਸ਼ੀ ਮੰਤਰੀ ਲਿਖ ਕੇ ਦੇਣ, ਅਸੀਂ ਉਹਨਾਂ ਨੂੰ ਰਿਟਨ ਲੈਟਰ ਲਿਖ ਕੇ ਦਿੱਤਾ
जिस च क्या ना MSP हटेगी ना मंडी हटेगी। जो सरदार प्रकाश सिंह बादल जी ने तारीफ की, सचमुच है जो बिल है किसानां वास्ते अमृत है, ये किसानां वास्ते गेम चेंजर है। इन्हां बिलों राਹੀਂ ਅਸੀਂ किसानों की जिंदगी में परिवर्तन ला रहे हैं। ठीक है, उन्होंने कल रात फैसला किया, उन्होंने इच्छा है, लेकिन साडा फैसला अडिग अकाली दल ਨੂੰ ਆਪਣਾ ਏਜੰਡਾ ਲੱਗਦਾ ਵੀ ਅਸੀਂ ਸਾਡਾ ਏਜੰਡਾ ਫੇਲ ਹੋ ਰਿਹਾ ਹੈ ਜੀ। ਉਹ ਕਿਉਂ ਫੇਲ ਹੋ ਰਿਹਾ ਉਹ ਤਾਂ ਉਹਨਾਂ ਨੇ ਸੋਚਣਾ। ਉਹ ਰਾਤ ਮੈਸੇਜ ਆ ਗਿਆ ਵੀ ਉਹ ਟੁੱਟ ਗਿਆ, ਅੱਧੇ ਘੰਟੇ ਬਾਅਦ ਟੈਲੀਫੋਨ ਆ ਗਿਆ ਕਿ ਜੀ ਸਵੇਰੇ ਚੰਡੀਗੜ੍ਹ ਪਹੁੰਚੋ, ਕੋਰਪੋਰੇਟ ਦੀ ਮੀਟਿੰਗ ਹੈ। ਸੋ ਮੈਨੂੰ ਤਾਂ ਕਾਲ ਜਿੰਨੀ ਤੁਸੀਂ ਗੱਲ ਕਰ ਉੱਤੇ ਜ਼ਿਆਦਾ ਕਾਲ ਉੱਥੇ ਜਾ सरदार प्रकाश सिंह बादल जी की अगवाई थले पार्टी सी, वो पार्टी हुण नहीं रही है, हुण पेशेंस नहीं है। और फिर वो बाद जिहड़ा हैगा हुण भी जिहड़ा हैगा कि जदों भी असी जिहड़ी साडी राष्ट्रीय लीडरशिप हैगी, नैशनल लीडरशिप हमेशा जिहड़ा हैगा श्रोमणी अकाली दल उन्हां दी लीडरशिप नूं तरजीह दिंदी रही पंजाब के मामले दे विच। हाले कि सानूं शिकायत रहिंदी सीगी कि भी पंजाब यूनिट BJP नूं कि भी सानूं वो इंपॉर्टेंस साडा नेतृत्व नहीं दिंदा। सो उस नाते जिहड़ा जदों हुण भी कृषि बिल आया है तो असीं इन्हां नूं अगे लगाया, और उस नाते जिहड़ा हैगा कि भी इन्होंने बिल्कुल कहा कि भी जिहड़े हैगे किसानों के हक में बिल हैगे है। और इस तो इत्थे नहीं है, सरदार प्रकाश सिंह बादल जी ने भी जिहड़ा ऐलानिया कहा कि भी भाई ये हक में हैगे बिल। हुण हैगा कि उस तो बाद जिहड़ा हैगा या तो समझाने दे विच नाकामयाब रहे, फिर इन्होंने रकदम यू टर्न ले लिया, फिर यू टर्न ले लिया, हुण हैगा कि अलग हो गया। लोग इन्हां ते यकीन नहीं करते, तो हजे भी NDA तो गठजोड़ कहता मैं NDO तो अलग हो गया, BJP का नाम हजे भी नहीं लेंदे क्योंकि ईडियां का डर है ना, बड़ा कुछ बड़ियां फाइलां पईयां इन्हां दे जिहड़े काले कम्मां दियां। सो इस करके हाँ प्रकाश सिंह बादल द्वारा ये कहना पहला कि मेरे जिउंदे जी गठजोड़ टुट नहीं सकता, तो वो पता नहीं तो उन्होंने पूछा हो, पता नहीं ना, तो मैनूं तो लगता भी ये मैं पहला भी कहता रहा 1920 च अकाली दल शुरू, 2019 च खत्म, 99 साल का पटा सी। आ जिहड़े छोटे मोटे हिसाब किताब च रहिंदे ने वो हुण हो ही जांदे ने, 99 साल का पटा। सुखबीर बादल ਦਾ ਕਹਿੰਦਾ ਕਿ ਸਾਡੇ ਤੋਂ ਪੁੱਛਿਆ ਨਹੀਂ ਗਿਆ, ਅਸੀਂ ਕਿਸਾਨਾਂ ਦੀ ਪਾਰਟੀ ਅਕਾਲੀ ਦਲ ਅਸੀਂ ਖੁਦ ਕਿਸਾਨ ਆ, ਜਿਹਦੇ ਕਰਕੇ ਸਾਡੇ ਤੋਂ ਸਲਾਹ ਨਾ ਲੈਣ ਕਰਕੇ ਅਸੀਂ ਜਿਹੜਾ ਰਿਸ਼ਤਾ ਉਹ ਤੋੜ ਰਹੇ ਹਾਂ ਗਠਬੰਧਨ। ਤੇ ਖੁਦ ਹੀ ਤਾਂ ਨਰਿੰਦਰ ਸਿੰਘ ਤੋਮਰ ਨੂੰ ਲਿਆ ਕੇ ਪ੍ਰੈਸ ਕਾਨਫਰੰਸ ਕਰਾਉਂਦੇ ਸੀ, ਖੁਦ ਹੀ ਸੁਖਬੀਰ ਬਾਦਲ ਨਰਿੰਦਰ ਸਿੰਘ ਤੋਮਰ ਦਾ ਲੈਟਰ ਜਾਰੀ ਕਰ ਰਹੇ ਨੇ, ਖੁਦ ਹੀ ਕਹਿ ਰਹੇ ਨੇ ਮੈਂ ਅਮਿਤ ਸ਼ਾਹ ਨੂੰ ਵੀ ਮਿਲ ਲਿਆ ਤੇ ਮੈਂ ਉਹਨਾਂ ਨੇ ਮੈਨੂੰ ਛੋਟੀ ਦਿੱਤੀ MSP ਦੀ। ਤੇ ਜੇ ਨਹੀਂ ਪੁੱਛਿਆ ਗਿਆ ਉਸ ਵੇਲੇ ਦੱਸ ਦਿੰਦੇ ਕਿ ਸਾਨੂੰ ਪੁੱਛਿਆ ਨਹੀਂ ਗਿਆ, ਉਸ ਵੇਲੇ ਅਸਤੀਫਾ ਦੇ ਦਿੰਦੇ, ਉਸ ਵੇਲੇ NDA ਛੱਡ ਦਿੰਦੇ। ਤੇ ਹੁਣ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਿਆ, ਜਦੋਂ ਬੋਰਡ ਲਾਏ ਯੂਨੀਅਨਾਂ ਨੇ ਜਥੇਬੰਦੀਆਂ ਨੇ ਕਿ ਭਾਈ ਪਿੰਡਾਂ 'ਚ ਨਾਰਾ ਜਦੋਂ ਉਹਨਾਂ ਨੇ ਲਿਖ ਕੇ ਲਾਤਾ ਕਿ ਜਿਹੜਾ ਇਸ ਬਿੱਲ ਦੇ ਵਿੱਚ ਕਿਸਾਨਾਂ ਦੇ ਹੱਕ 'ਚ ਖੜੂ ਉਹੀ ਪਿੰਡਾਂ 'ਚ ਵੜੂ, ਜਦੋਂ ਆਹ ਨਾਰਾ ਲੱਗ ਗਿਆ ਉਦੋਂ ਫਿਰ ਇਹਨਾਂ ਨੂੰ ਹੱਥਾਂ ਪੈਰਾਂ ਦੀਆਂ ਪਈਆਂ ਨੇ। ਮਾਨ ਸਾਹਿਬ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਜਿਹੜੀ BJP ਹੈ, BJP ਨਾਲ ਪਹਿਲਾਂ ਵੀ ਇਹਨਾਂ ਦੀ ਇੱਕ ਖੜਕਦੀ ਰਹੀ ਹੈਗੀ, ਪਹਿਲਾਂ ਵੀ ਉਹ ਕਹਿੰਦੇ ਰਹੇ ਸੀ ਅਸੀਂ, ਪਰ ਹੁਣ ਇਹ ਕਹਿ ਰਹੇ ਨੇ ਕਿ BJP ਜਿਹੜੀ ਪੰਜਾਬ ਦੇ ਵਿੱਚ ਸਿਰਫ ਅਕਾਲੀ ਦਲ ਕਰਕੇ ਜਿੱਤਦੀ ਸੀ, ਪਰ ਹੁਣ BJP ਦੇ ਜਿਹੜੇ ਕੁਝ ਨੇਤਾ ਨੇ ਉਹ ਇੱਥੋਂ ਤੱਕ ਕਹਿ ਰਹੇ ਨੇ ਕਿ ਅਸੀਂ ਨਰਿੰਦਰ ਮੋਦੀ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਜਿਹੜੀ ਇਹਨਾਂ ਦੇ ਖਿਲਾਫ ਜਾਂਚ ਹੈ ਉਹ ਹੋਰ ਤੇਜ਼ ਕੀਤੀ ਜਾਵੇ। ਇਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਲਾਇਆ ਹੈਗਾ, ਇੱਥੋਂ ਤੱਕ ਉਹਨਾਂ ਨੇ ਕਹਿ ਦਿੱਤਾ ਕਿ ਜਿਹੜੇ 100 ਸਾਲ ਤੋਂ ਸਿੱਖਾਂ ਦੇ ਨਹੀਂ ਹੋ ਸਕੇ ਉਹ ਸਾਡੇ ਕਿੱਥੋਂ ਹੋਣਗੇ। ਨਹੀਂ ਦੇਖੋ ਗੱਲ ਇਹ ਹੈ ਕਿ ਜਦੋਂ 2014 ਚ ਲੋਕ ਸਭਾ ਹੋਈ ਤਾਂ ਅਰੁਣ ਜੇਤਲੀ ਜੀ ਨੂੰ ਇਹ ਕਹਿਣਾ ਪਿਆ ਬਿਕਰਮਜੀਤ ਮਜੀਠੀਆ ਨੂੰ ਕਿ ਤੁਸੀਂ ਕਿਰਪਾ ਕਰਕੇ ਘਰੋਂ ਬਾਹਰ ਨਾ ਨਿਕਲਿਓ, ਕਿਉਂਕਿ ਜਦੋਂ ਤੁਸੀਂ ਆਉਂਦੇ ਹੋ ਲੋਕ ਨੈਗੇਟਿਵਿਟੀ ਫੈਲਾਉਂਦੇ ਨੇ ਤੇ ਲੋਕ ਸਾਨੂੰ ਗਾਲਾਂ ਕੱਢਦੇ ਆ। ਤਾਂ ਮਜੀਠੀਏ ਨੂੰ ਪ੍ਰਚਾਰ ਦੇ ਵਿੱਚੋਂ ਰੋਕਿਆ ਸੀਗਾ, ਠੀਕ ਹੈ ਜੀ। ਤੇ ਐਡਾ ਵੱਡਾ ਲੀਡਰ ਉਹਨਾਂ ਦਾ ਅਰੁਣ ਜੇਤਲੀ, ਉਹ ਹਰਾਤਾ ਤਾਂ ਉਹਨੇ ਜਾ ਕੇ ਰਿਪੋਰਟ ਇਹੀ ਦਿੱਤੀ ਜੀ ਉੱਥੇ ਇਹਨਾਂ ਨੂੰ ਲੋਕ ਨਫ਼ਰਤ ਕਰਦੇ ਆ। ਅੰਮ੍ਰਿਤਸਰ ਤੋਂ ਫਿਰ ਹਰਦੀਪ ਪੁਰੀ ਇਸ ਵਾਰ ਹਰਾ ਕੇ ਭੇਜਤਾ, ਉਹਨੇ ਵੀ ਇਹੀ ਕਿਹਾ ਜੀ ਉੱਥੇ ਬਹੁਤ ਨਫ਼ਰਤ ਕਰਦੇ ਆ। ਸੋ BJP ਕਹਿੰਦੀ ਅਸੀਂ ਤੁਹਾਡੇ ਕਰਕੇ ਹਾਰਦੇ ਰਹੇ ਹਾਂ ਕਿ ਸਾਡੀ ਵੋਟ ਤਾਂ ਤੁਹਾਨੂੰ ਪੈ ਜਾਂਦੀ ਹੈ, ਤੁਹਾਡੇ ਵਾਲੀ ਸਾਨੂੰ ਨਹੀਂ ਪੈਂਦੀ। ਸੋ ਇਸ ਕਰਕੇ ਕਿਤੇ ਨਾ ਕਿਤੇ ਹੁਣ ਜਿਹੜੇ ਪਤੀਲੇ ਦੇ ਵਿੱਚ ਕੋਈ ਸਬਜ਼ੀ ਹੋਈ ਹੈ ਨਹੀਂ, ਉਹਦੇ ਤੋਂ ਕੀ ਉਮੀਦ ਕਰਾਂਗੇ ਆਪਾਂ ਕਿ ਉਹ ਤੜਕਾ ਲੱਗ ਜਾਊਗਾ, ਜਾਂ ਕੋਈ ਉਹ ਪਤੀਲਾ ਜਿਹੜਾ ਉਹ 'ਚੋਂ ਸਾਨੂੰ ਕੋਈ ਕਰਸ਼ੀ ਕਿਸੇ ਨੂੰ ਧਾਰੀ ਦੇਣ ਜੋਗੇ ਵੀ ਹੈਗੇ ਨੇ, ਜਦੋਂ ਆਪਦੇ ਕੋਲ ਤਾਂ ਹੈ ਨਹੀਂ ਕੁਛ ਉਹਨਾਂ ਕੋਲੇ। ਸੋ ਇਸ ਕਰਕੇ ਅਕਾਲੀ ਦਲ ਜਿਹੜਾ ਲੋਕਾਂ ਦੇ ਦਿਲਾਂ 'ਚੋਂ ਲੈ ਚੁੱਕਿਆ, ਚਾਹੇ ਉਹ ਗੁਰੂ ਸਾਹਿਬ ਦੀ ਬੇਅਦਬੀ ਕਰਕੇ ਉਹਦੇ ਵਿੱਚ ਨਾ ਆਉਣ ਕਰਕੇ, ਉਸ ਤੋਂ ਬਾਅਦ ਕਿੰਨੇ ਹੀ ਹਜ਼ਾਰਾਂ ਜਿਹੜੇ ਨੌਜਵਾਨ ਨੇ ਇਹਨਾਂ ਦੇ ਰਾਜ ਦੌਰਾਨ ਨਸ਼ਿਆਂ ਦੇ ਟੀਕੇ ਲਾ ਕੇ ਜਾਂ ਓਵਰਡੋਜ਼ ਕਰਕੇ ਮਰੇ, ਫਿਰ ED ਦੇ ਵਿੱਚ ਜਾਂਚ ਦੇ ਵਿੱਚ ਕੋਆਪਰੇਟ ਨਹੀਂ ਕਰ ਰਹੇ ਜਿਹੜੇ ਇਹਨਾਂ ਦੇ ਜਿਹੜੇ ਨਾਮ ਆਉਂਦੇ ਲੀਡਰਾਂ ਦੇ। ਸੋ ਕਿਤੇ ਨਾ ਕਿਤੇ BJP ਜਿਹੜੀ ਹੈ ਉਹ
ਪੰਜਾਬ ਦਾ ਯੂਨਿਟ ਜਿਹੜਾ ਉਹ ਇਸ ਗੱਲੋਂ ਸ਼ਾਇਦ ਖੁਸ਼ ਹੈ ਕਿ ਸਾਡਾ ਖਹਿੜਾ ਛੁੱਟ ਗਿਆ ਇਹਨਾਂ ਨੂੰ। ਤੁਹਾਨੂੰ ਮਾਨ ਸਾਹਿਬ ਹੁਣ ਕਾਰਵਾਈ ਹੋਊਗੀ, ਬੀਜੇਪੀ ਕਾਰਵਾਈ ਕਰੂਗੀ, ਸੀਬੀਆਈ ਈਡੀ ਦੇ ਜਿਹੜੇ ਰੁਕੇ ਹੋਏ ਸੀ ਕਿਉਂਕਿ ਸਾਂਝ ਸੀਗੀ ਉਦੋਂ ਦਾ ਪਹਿਲਾਂ ਤਾਂ। ਦੇਖੋ ਜੀ, ਜੇ ਕਰਨੀ ਤਾਂ ਵੈਸੇ ਪਹਿਲਾਂ ਚਾਹੀਦੀ ਸੀ, ਕਾਨੂੰਨ ਤੱਕ ਆਪਦਾ ਕੰਮ ਕਰਨਾ ਚਾਹੀਦਾ, ਪਰ ਹੁਣ ਸ਼ਾਇਦ ਇਹੀ ਗੱਲਾਂ ਕਰਕੇ ਇਹ ਉਹਨਾਂ ਨੂੰ ਬਾਹਮ ਰੋੜ ਕੇ ਪਹਿਲਾਂ ਫੈਸਲੇ ਕਰਾਉਂਦੇ ਰਹਿੰਦੇ ਕਿ ਤੁਹਾਡੀ ਆਹ ਫਾਈਲ ਪਈ ਹੈ, ਤੇ ਜੇ ਕਿਤੇ ਕਾਰਵਾਈ ਹੋਵੇ ਤਾਂ ਪੰਜਾਬ ਦੇ ਲੋਕਾਂ ਨੂੰ ਤਾਂ ਰਾਹਤ ਹੀ ਮਿਲੂਗੀ ਕਿ ਘੱਟੋ ਘੱਟ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤਾਂ ਹੋਣਾ ਚਾਹੀਦਾ। ਮਾਨ ਸਾਹਿਬ ਜਿਹੜਾ ਇਹਨਾਂ ਨੇ ਇਹ ਝੋਨੇ ਦੀ ਜਿਹੜੀ ਖਰੀਦ ਸੀ ਕਿ 1 ਅਕਤੂਬਰ ਨੂੰ ਹੋਈ, ਕੇਂਦਰ ਨੇ ਪਹਿਲਾਂ ਹੀ 26 ਤੋਂ ਸ਼ੁਰੂ ਕਰਵਾਤੀ, ਉਹਦੇ ਮਾਇਨੇ ਕੀ? ਬਸ ਉਹ ਵੀ ਇਹੀ ਹੈ ਕਿ ਇਹ ਭਟਕ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਸਿੱਧੇ ਤੌਰ ਤੇ ਭਗਵੰਤ ਮਾਨ ਦੇ ਵੱਲੋਂ ਨਿਸ਼ਾਨਾ ਸਾਧਿਆ ਕਿਹਾ ਕਿ ਹੁਣ ਪਛਤਾਉਣ ਦੇ ਨਾਲ ਕੀ ਹੋਵੇਗਾ, ਹੁਣ ਤਾਂ ਮੋਦੀ ਖੇਤ ਚੁੱਗ ਗਿਆ ਹੈ, ਤਾਂ ਲੇਟ ਹੋ ਗਈ ਹੈ। ਅਕਾਲੀ ਦਲ ਗੱਠਜੋੜ ਤੋੜਨ ਦੇ ਵਿੱਚ ਅਕਾਲੀ ਦਲ ਨੂੰ 6 ਮਹੀਨੇ ਪਹਿਲਾਂ ਇਹ ਫੈਸਲਾ ਲੈਣਾ ਚਾਹੀਦਾ ਸੀ ਤੇ ਸਿਆਸੀ ਸਟੰਟ ਕਰਾਰ ਦਿੱਤਾ ਜਾ ਰਿਹਾ ਹੈ ਵਿਰੋਧੀਆਂ ਦੇ ਵੱਲੋਂ। ਹਾਲਾਂਕਿ ਉਧਰ ਹਰਪਾਲ ਚੀਮਾ ਦੇ ਵੱਲੋਂ ਵੀ ਆਪਣੇ ਅੰਦਾਜ਼ ਦੇ ਵਿੱਚ ਵਿਅੰਗ ਕੱਸਿਆ ਗਿਆ ਹੈ ਤੇ ਕਾਂਗਰਸ ਵੀ ਇਸ ਗੱਠਜੋੜ ਤੋੜੇ ਜਾਣ ਨੂੰ ਸਿਆਸੀ ਸਟੰਟ ਕਰਾਰ ਦੇ ਰਹੀ ਹੈ। ਹਾਲਾਂਕਿ ਉਹੀ ਵਿਰੋਧੀ ਨੇ ਜਦੋਂ ਤੱਕ ਕੇਂਦਰ ਦੀ ਕੁਰਸੀ ਨਹੀਂ ਛੱਡੀ ਗਈ ਸੀ ਤਾਂ ਕਿਹਾ ਜਾ ਰਿਹਾ ਸੀ ਕਿ ਅਕਾਲੀ ਦਲ ਕੇਂਦਰ ਦੇ ਵਿੱਚ ਭਾਈਵਾਲ ਹੈ, ਜਦੋਂ ਕੁਰਸੀ ਛੱਡ ਦਿੱਤੀ ਤਾਂ ਉਸ ਤੋਂ ਬਾਅਦ ਐਨਡੀਏ ਦੇ ਨਾਲ ਨਾਤਾ ਤੋੜਨ ਦੀਆਂ ਗੱਲਾਂ ਹੋ ਰਹੀਆਂ ਸੀ। ਹੁਣ ਜਦੋਂ ਨਾਤਾ ਵੀ ਅਕਾਲੀ ਦਲ ਦੇ ਵੱਲੋਂ ਤੋੜ ਦਿੱਤਾ ਗਿਆ ਹੈ ਤਾਂ ਹੁਣ ਇਹ ਕਹਿ ਕੇ ਅਕਾਲੀ ਦਲ ਨੂੰ ਘੇਰਿਆ ਜਾ ਰਿਹਾ ਹੈ ਕਿ ਅਕਾਲੀ ਦਲ ਲੇਟ ਹੋ ਗਿਆ ਹੈ, बीजेपी ਦੇ ਨਾਲ ਆਪਣਾ ਰਿਸ਼ਤਾ ਤੋੜਨ ਦੇ ਵਿੱਚ ਅਕਾਲੀ ਦਲ ਨੇ ਦੇਰੀ ਕਰ ਦਿੱਤੀ है। देखिए, जब बिल पास हो गया तब तक अकाली दल की सपोर्ट किसको थी? बीजेपी को थी। तब तक इस कानून के पक्ष में बात कर रहे थे। अब जब वो पास हो गया, जब देश की पार्लियामेंट में जहां इनको चुन के लोगों ने भेजा है, तो उसी वक्त तक किसी की बात नहीं की। अब ये गठजोड़ तोड़ने की बात कर रहे हैं। ये गठजोड़ तोड़ना था तो कम से कम 6 महीने पहले तोड़ते, तब जाके लोगों का फायदा होता। अब पंजाब के बच्चे को पता है कि अकाली दल जो है वो ड्रामे कर रहा है, ड्रामेबाज पार्टी बन चुका है। जैसे कोई ड्रामेबाज होता है उसको कोई लोग सीरियस नहीं लेते। इस वक्त भी जो है सुखबीर सिंह बादल उसकी पार्टी को कोई भी पंजाब में सीरियस नहीं ले रहा। देखो, इस तरह है कि नंबर 1 ਤਾਂ ਸਾਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਔਰ ਬੀਜੇਪੀ ਦਾ ਨਾਤਾ ਰਹਿੰਦਾ ਜਾਂ ਟੁੱਟਦਾ ਹੈ। ਇਹ ਸਿਰਫ ਔਰ ਸਿਰਫ ਇਹਨਾਂ ਦੇ ਸਿਆਸੀ ਲਾਹਿਆਂ ਦੇ ਨਾਤੇ ਨੇ। ਪਰ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਅੱਜ ਪੰਜਾਬ ਦੇ ਕਿਸਾਨ ਦਾ, ਪੰਜਾਬ ਦੇ ਵਪਾਰੀ ਦਾ, ਆੜਤੀ ਦਾ, ਮਜ਼ਦੂਰ ਦਾ ਔਰ ਪੰਜਾਬ ਦੇ ਅਰਥ ਵਿਵਸਥਾ ਦਾ ਲੱਕ ਹੈ ਜਿਹੜਾ, ਉਹ ਇਹਨਾਂ ਦੋਨਾਂ ਪਾਰਟੀਆਂ ਨੇ ਰਲ ਕੇ ਤੋੜ ਦਿੱਤਾ ਇਹਨਾਂ 3 ਕਾਲੇ ਕਾਨੂੰਨਾਂ ਦੇ ਤਹਿਤ। ਉਸ ਕਰਕੇ ਲੋਕ ਪੰਜਾਬ ਦੇ ਕਦੇ ਇਹਨਾਂ ਨੂੰ ਮਾਫ ਨਹੀਂ ਕਰਨਗੇ। ਨੰਬਰ 1, ਸਾਡਾ ਕੋਈ ਇੰਟਰਸਟ ਨਹੀਂ ਕਿ ਇਕੱਠੇ ਰਹਿਣ ਕੇ ਅਲੱਗ-ਅਲੱਗ ਰਹਿਣ। 0+0 ਦੇਖੋ, ਪਹਿਲਾਂ ਤਾਂ ਇਹ ਜਿਹੜਾ ਭਾਵੇਂ ਉਹ ਅਸਤੀਫਾ ਆ ਹਰਸਿਮਰਤ ਕੌਰ ਬਾਦਲ ਜੀ ਨੇ ਦਿੱਤਾ ਤੇ ਭਾਵੇਂ ਉਹਨਾਂ ਨੇ ਗੱਠਜੋੜ ਜਿਹੜਾ ਬ੍ਰੇਕ ਕੀਤਾ ਆ, ਪਹਿਲੀ ਗੱਲ ਤਾਂ ਮੈਂ ਇਹਦਾ ਜਿਹੜਾ ਸਿਹਰਾ ਆ ਪੂਰੇ ਪੰਜਾਬ ਦੇ ਲੋਕਾਂ ਨੂੰ, ਪੂਰੇ ਪੰਜਾਬ ਦੇ ਕਿਸਾਨਾਂ ਨੂੰ ਜਾਂਦਾ ਹੈ ਕਿ ਜਿਹੜਾ ਐਕਚੁਅਲ ਚ ਪੰਜਾਬ ਦੇ ਲੋਕਾਂ ਦਾ ਹੱਕ ਬਣਦਾ ਸੀਗਾ। ਸੋ ਇਹ ਭਾਵੇਂ ਗੱਠਜੋੜ ਤੋੜਿਆ ਆ, ਭਾਵੇਂ ਉਹਨਾਂ ਨੇ ਆਪਦੀ ਕੁਰਸੀ ਛੱਡੀ ਆ, ਇਹ ਉਹਨਾਂ ਨੇ ਛੱਡੀ ਨਹੀਂ, ਨਾ ਉਹਨਾਂ ਨੇ ਗੱਠਜੋੜ ਤੋੜਿਆ, ਇਹ ਲੋਕਾਂ ਨੇ ਤੜਵਾਇਆ ਹੈ। ਕਿਉਂਕਿ ਇਸ ਵੇਲੇ ਜਦੋਂ ਪੂਰੇ ਪੰਜਾਬ ਦਾ ਮਾਹੌਲ ਦੇਖ ਲਿਆ, ਸੜਕਾਂ ਤੇ ਰੋਸ ਦੇਖ ਲਿਆ ਕਿ ਹਰ ਵਰਗ ਦੇ ਵਿੱਚ ਇੰਨਾ ਕੁ ਗੁੱਸਾ ਆ, ਇੰਨਾ ਕੁ ਰੋਸ ਆ ਕਿ ਹਰ ਵਰਗ ਨੂੰ ਜਿਹੜੀ ਇੱਕ ਸੱਚਾਈ ਦਾ ਪਤਾ ਲੱਗ ਚੁੱਕਿਆ ਕਿ ਕਿਵੇਂ ਇਹਨਾਂ ਨੇ ਰਲ ਮਿਲ ਕੇ, ਕਿਵੇਂ ਮੋਦੀ ਸਰਕਾਰ ਦੇ ਏਜੰਟ ਬਣ ਕੇ ਈਵਨ ਕਿ 25 ਤਰੀਕ ਦੇ ਜਿਹੜੇ ਧਰਨੇ ਆ ਉਹਨਾਂ ਨੂੰ ਖਤਮ ਕਰਨ ਦੀਆਂ ਪਲੈਨਿੰਗਸ ਕੀਤੀਆਂ, ਉਹਨਾਂ ਨੂੰ ਹਾਈਜੈਕ, ਜਿਹੜੇ ਕਿਸਾਨ ਜਥੇਬੰਦੀਆਂ ਵਾਲੇ ਮੋਰਚੇ ਲਾਏ ਜਾ ਰਹੇ ਸੀ ਉਹਨਾਂ ਨੂੰ ਹਾਈਜੈਕ ਕਰਨ ਦੀਆਂ ਪਲੈਨਿੰਗਸ ਕੀਤੀਆਂ। ਸੋ ਲੋਕਾਂ ਦੇ ਵਿੱਚ ਜਿਹੜੀ ਸੱਚਾਈ ਉਹਨਾਂ ਨੂੰ ਸੱਚ ਪਤਾ ਲੱਗ ਚੁੱਕਿਆ ਕਿ ਲਗਾਤਾਰ ਇਹ ਪਰਿਵਾਰ, ਬਾਦਲ ਪਰਿਵਾਰ ਪੰਜਾਬ ਨੂੰ ਗਮਰਾਹ ਕਰਦਾ ਆ ਰਿਹਾ ਆ ਤੇ ਲੋਕਾਂ ਦਾ ਰੋਸ ਦੇਖਦੇ ਹੋਏ ਅਸਲ ਦੇ ਵਿੱਚ ਇਹਨਾਂ ਨੂੰ ਜਿਹੜਾ ਐਡਾ ਵੱਡਾ ਸਟੈਪ ਮੈਂ ਕਹਿੰਦੀ ਹਾਂ ਉਹ ਲੈਣਾ ਪਿਆ। ਤਾਂ ਲਗਾਤਾਰ ਹੁਣ ਸਿਆਸੀ ਪੁਚਾਲ ਆਇਆ ਹੈ, ਵਿਰੋਧੀਆਂ ਦੇ ਵੱਲੋਂ ਨਿਸ਼ਾਨੇ ਸਾਧੇ ਜਾ ਰਹੇ ਨੇ। ਇਸੇ ਤਹਿਤ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਹੈ। ਟਵੀਟ ਕਰਕੇ ਗੱਠਜੋੜ ਟੁੱਟਣ ਤੇ ਲਿਖਦੇ ਨੇ ਵਿਜੇ ਸਾਂਪਲਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਐਨਡੀਏ ਤੋਂ ਬਾਹਰ ਆਉਣਾ ਮੰਦਭਾਗਾ ਹੈ, ਪਰ ਇੱਕ ਨਵੀਂ ਚੁਣੌਤੀ ਹਮੇਸ਼ਾ ਇੱਕ ਨਵਾਂ ਮੌਕਾ ਲੈ ਕੇ ਆਉਂਦੀ ਹੈ। ਮੇਰਾ ਵਿਸ਼ਵਾਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਜੋ ਪਹਿਲਾਂ ਹੀ ਅੰਦਰੂਨੀ ਕਲੇਸ਼ ਦੇ ਨਾਲ ਜੂਝ ਰਿਹਾ ਹੈ ਕਦੇ ਵੀ ਫਲਦਾਇਕ ਨਹੀਂ ਹੋਵੇਗਾ। ਤਾਂ ਵਿਜੇ ਸਾਂਪਲਾ ਦੇ ਵੱਲੋਂ ਟਵੀਟ ਕੀਤਾ ਗਿਆ ਹੈ। ਗੱਠਜੋੜ ਟੁੱਟਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ ਤੇ ਉਧਰ ਆਪ ਇੰਚਾਰਜ ਜਰਨੈਲ ਸਿੰਘ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਹੈ। ਜਰਨੈਲ ਸਿੰਘ ਨੇ ਟਵੀਟ ਕਰਦਿਆਂ ਕਿਹਾ, ਖੇਤੀ ਆਰਡੀਨੈਂਸ ਦੇ ਫਾਇਦੇ ਦੱਸਣ ਵਾਲੇ ਅਕਾਲੀ ਦਲ ਦਾ ਭਾਜਪਾ ਦੇ ਨਾਲ ਗੱਠਜੋੜ ਟੁੱਟਣਾ ਸਾਰੇ ਕਿਸਾਨਾਂ ਅਤੇ ਪੰਜਾਬੀਆਂ ਦੀ ਜਿੱਤ ਹੈ, ਡਟੇ ਰਹੋ ਭਰਾਵੋ। ਤਾਂ ਇਹ ਟਵੀਟ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਇੰਚਾਰਜ ਪੰਜਾਬ ਦੇ ਜਰਨੈਲ ਸਿੰਘ ਦੇ ਵੱਲੋਂ ਇਹ ਟਵੀਟ ਕੀਤਾ ਗਿਆ ਹੈ।
ਤਾਂ ਇਧਰ ਅਕਾਲੀ ਦਲ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸਾਨੀ ਤੋਂ ਉੱਪਰ ਕੋਈ ਗੱਠਜੋੜ ਨਹੀਂ ਹੈ ਤੇ ਕਿਸਾਨੀ ਦੇ ਕਰਕੇ ਅਸੀਂ ਇਹ ਫੈਸਲਾ ਲਿਆ, ਜਦਕਿ ਕਾਂਗਰਸ ਦੇ ਵੱਲੋਂ ਲਗਾਤਾਰ ਇਸ ਨੂੰ ਸਿਆਸੀ ਸਟੰਟ ਕਰਾਰ ਦਿੱਤਾ ਜਾ ਰਿਹਾ ਹੈ। ਸੁਨੀਲ ਜਾਖੜ ਅਤੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਗੱਠਜੋੜ ਤੋੜਿਆ ਨਹੀਂ ਹੈ, ਬਲਕਿ ਮੌਕਾ ਸੰਭਾਲਿਆ ਹੈ। ਅਕਾਲੀ ਦਲ ਨੇ ਸਮਾਂ ਰਹਿੰਦਿਆਂ ਹੀ ਛੱਡਿਆ ਨਹੀਂ, ਕੱਢਿਆ ਗਿਆ। ਅਸਤੀਫਾ ਦਿੱਤਾ ਨਹੀਂ ਸੀ, ਅਸਤੀਫਾ ਲਿਆ ਗਿਆ ਸੀਗਾ। ਇਸ ਗਠਬੰਧਨ ਚੋਂ ਕੱਢਣ ਦੇ ਨਾਲ ਉਹਨਾਂ ਨੇ, ਸੁਖਬੀਰ ਜੀ ਨੇ, ਜਿਸ ਤਰ੍ਹਾਂ ਆਪਣੀ ਬੱਸ ਦਾ ਪਰਮਿਟ ਲੈਂਦੇ ਆ ਨਾ ਪੰਜਾਬ 'ਚ ਐਂਟਰੀ ਦਾ, ਇੰਟਰਸਟੇਟ, ਉਹਨਾਂ ਨੇ ਪੰਜਾਬ 'ਚ ਐਂਟਰੀ ਦਾ ਪਰਮਿਟ ਲੈਣ ਦੀ ਕੋਸ਼ਿਸ਼ ਕੀਤੀ ਹੈ, ਲਾਇਸੈਂਸ ਲੈਣ ਦੀ ਕੋਸ਼ਿਸ਼ ਕੀਤੀ ਹੈ ਵੀ ਅਕਾਲੀ ਦਲ ਨੂੰ ਪਿੰਡਾਂ ਦੇ ਵਿੱਚ ਕਿਸਾਨ ਵੜਨ ਦੇਣ। ਕਿਸਾਨ ਪਿੰਡਾਂ 'ਚ ਵੜਨ ਦਿੰਦੇ ਆ, ਨਹੀਂ ਵੜਨ ਦਿੰਦੇ, ਪਰ ਕਿਸਾਨਾਂ ਨੇ ਇਸ ਲੀਡਰਸ਼ਿਪ ਨੂੰ, ਇਹ ਅਕਾਲੀ ਜਿਹੜੇ ਲੀਡਰ ਹੈ, ਇਹਨਾਂ ਨੂੰ ਮੂੰਹ ਨਹੀਂ ਲਾਣਾ। ਇਹਨਾਂ ਦੀ ਅਸਲੀਅਤ ਸਾਹਮਣੇ ਆ ਗਈ। ਲੋਕ ਸਮਝ ਚੁੱਕੇ ਹੈ ਵੀ ਆ ਆਪਣੀ ਕੁਰਸੀ ਵਾਸਤੇ ਕਿਸੇ ਦਾ ਵੀ ਸੌਦਾ ਕਰ ਦੇਣਗੇ। ਇਹ ਮੀਟਿੰਗ ਤਾਂ ਦਿਨੇ ਵੀ ਹੋ ਸਕਦੀ ਸੀ, ਪਰ ਇਹਨਾਂ ਨੂੰ ਪਤਾ ਚੱਲ ਗਿਆ ਕਿ ਬੀਜੇਪੀ ਨੇ ਇਸ ਗੱਲ ਦਾ ਸਖਤ ਇਤਰਾਜ਼ ਕੀਤਾ ਹੈ ਕਿ ਤੁਸੀਂ ਪ੍ਰਧਾਨ ਮੰਤਰੀ ਦੇ ਖਿਲਾਫ, ਯਾਰ ਇਹ ਕੋਈ ਮਤਲਬ ਕਿਸੇ ਪ੍ਰਧਾਨ ਦੇ ਅਲਫਾਜ਼ ਹੋ ਸਕਦੇ ਆ? ਜੇ ਵੱਡੇ ਤੋਂ ਵੱਡੇ ਕੋਈ ਆਪਾਂ ਪਾਕਿਸਤਾਨ ਦੇ ਵੀ ਕਿਸੇ ਪ੍ਰਾਈਮ ਮਿਨਿਸਟਰ ਦੀ ਗੱਲ ਕਰਦੇ ਤਾਂ ਉਹਨਾਂ ਨੂੰ ਆਪਾਂ ਪ੍ਰਧਾਨ ਮੰਤਰੀ ਜੀ ਜਾਂ ਵਜ਼ੀਰ ਆਜ਼ਮ ਜਾਂ ਕੋਈ ਉਹਨਾਂ ਦੇ ਕੋਈ ਜੀ ਲਾਉਨੇ ਆ ਉਹਨਾਂ ਦੇ ਨਾਂ ਦੇ ਮਗਰ। ਤੇ ਇਹਨਾਂ ਨੇ ਇਹੀ ਕਹਿਤਾ ਕਿ ਮੈਂ ਤਾਂ ਮੋਦੀ ਤੇ ਮੱਬ ਮਾਰਤਾ। ਜੇ ਰਾਤ ਨੂੰ ਮੀਟਿੰਗ ਨਾ ਕਰਦੇ ਤਾਂ ਅਕਾਲੀ ਦਲ ਨੂੰ ਅੱਜ ਸਵੇਰੇ ਉਹਨਾਂ ਨੇ ਐਨਡੀਏ ਚੋਂ ਆਪ ਹੀ ਕੱਢ ਦੇਣਾ ਸੀ। ਕਾਂਗਰਸ ਪਾਰਟੀ ਨੇ ਹਮੇਸ਼ਾ ਕਿਹਾ ਹੈ ਇਹਨਾਂ ਦਾ ਕੋਈ ਤਾਲਮੇਲ ਨਹੀਂ ਸੀ, ਆਪਸੀ ਬਣਦੀ ਨਹੀਂ ਸੀ ਗੱਲ। ਕਾਂਗਰਸ ਪਾਰਟੀ ਨੇ ਹਮੇਸ਼ਾ ਕਿਹਾ ਇਹ ਤਾਂ ਸਿਰਫ ਮਤਲਬ ਪ੍ਰਸਤੀ ਹੈ ਨਾ, ਜਦੋਂ ਸਰਕਾਰ ਬਣਾਉਣੀ ਹੈ, ਪੰਜਾਬ ਨੂੰ ਲੁੱਟਣਾ ਤੇ ਕੁੱਟਣਾ ਹੈ, ਉਹਨਾਂ ਦਾ ਗੱਠਜੋੜ ਹੋ ਜਾਂਦਾ ਹੈ। ਜਦੋਂ ਇਹਨਾਂ ਦੀ ਆਪਣੀ ਪਾਰਟੀ ਦੀ ਗੱਲ ਆਉਂਦੀ ਹੈ, ਹਮੇਸ਼ਾ ਕਾਂਗਰਸ ਨੇ ਕਿਹਾ ਹੈ ਔਰ ਉਹਨਾਂ 60 ਸਾਲਾਂ ਦੇ ਅੰਦਰ ਗਰੀਬ ਔਰ ਕਿਸਾਨ ਦੇ ਨਾਲ ਕੇਵਲ ਲਾਰੇ ਲਾਏ, ਲੇਕਿਨ ਉਹਨਾਂ ਦੇ ਜੀਵਨ ਸਤਰ ਨੂੰ ਉੱਚਾ ਕਰਨ ਲਈ ਕੋਈ ਨਿਰਣੇ ਨਹੀਂ ਲਿਆ। ਲੇਕਿਨ ਮੋਦੀ ਜੀ ਨੇ ਜਦੋਂ ਦੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ, ਕਿਆ ਕਿਸੇ ਨੇ ਮੰਗਿਆ ਸੀ ਉਹਨਾਂ ਕੋਲੋਂ ਕਿ 6000 ਰੁਪਇਆ ਮਹੀਨੇ ਦਾ ਆਪਣਾ ਕਿਸਾਨ ਦੇ ਖਾਤੇ 'ਚ ਜਾਣਾ ਚਾਹੀਦਾ? ਲੇਕਿਨ ਕਿਸਾਨ ਦੀ ਚਿੰਤਾ ਕੀਤੀ, 6000 ਰੁਪਇਆ ਸਾਲ ਦਾ ਕਿਸਾਨ ਦੇ ਖਾਤੇ 'ਚ ਜਾ ਰਿਹਾ। ਯੂਰੀਆ ਨੂੰ ਲੈ ਕੇ ਪੂਰੇ ਦੇਸ਼ ਦੇ ਅੰਦਰ ਬਵਾਲ ਹੁੰਦਾ ਸੀ, ਧੱਕਾ ਮੁੱਕੀ ਹੁੰਦੀ ਸੀ, ਲਾਠੀ ਚਾਰਜ ਹੁੰਦਾ ਸੀ। ਕਿਸਾਨ ਤੱਕ ਯੂਰੀਆ ਪੁੱਜੇ, ਉਹਦੇ ਲਈ ਨੀਮ ਕੋਟਡ ਯੂਰੀਆ ਲਿਆਂਦਾ। ਕਿਹੜੀ ਜ਼ਮੀਨ 'ਚ ਕੀ ਫਸਲ ਉਗ ਸਕਦੀ ਆ, ਉਹਦੀ ਟੈਸਟਿੰਗ ਐਡੇ ਵੱਡੇ ਪੱਧਰ ਤੇ ਕਰਾਈ। ਕਿਸਾਨ ਕ੍ਰੈਡਿਟ ਕਾਰਡ, ਕਿਸਾਨ ਬੀਮਾ ਕਾਰਡ, ਫਸਲ ਬੀਮਾ, ਅਨੇਕ ਉਪਰਾਲੇ ਜੀਵਨ ਸਤਰ ਨੂੰ ਉੱਚਾ ਕਰਨ ਲਈ ਕਿਸਾਨ ਦੇ ਕੀਤੇ ਨੇ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕੋਰ ਗਰੁੱਪ ਦਾ ਇਹ ਮੰਨਣਾ ਕਿ ਕਾਂਗਰਸ ਔਰ ਆਪ ਪਾਰਟੀ ਨੇ ਪੰਜਾਬ ਦੇ ਅੰਦਰ ਇੱਕ ਭ੍ਰਮ ਪੈਦਾ ਕੀਤਾ। ਇਹ ਤਿੰਨੋਂ ਦੇ ਤਿੰਨੋਂ ਕਾਨੂੰਨ ਪੁਰਾਣੀ ਵਿਵਸਥਾ ਨੂੰ ਕਿਤੇ ਵੀ ਉਹਦੇ ਤੇ ਨਾ ਕੋਈ ਆਘਾਤ ਲੱਗਦੇ ਨੇ, ਨਾ ਹੀ ਇਹਨਾਂ ਕਾਨੂੰਨਾਂ ਦੇ ਨਾਲ ਪੁਰਾਣੀ ਵਿਵਸਥਾ ਨੂੰ ਫਰਕ ਹੈ। ਔਰ ਕਿਉਂਕਿ ਮੰਡੀਆਂ ਐਜ਼ ਇਟ ਇਜ਼ ਨੇ, ਅੱਜ ਕੱਲ ਤੋਂ ਖਰੀਦ ਸ਼ੁਰੂ ਹੋ ਗਈ, ਕੇਂਦਰ ਦਾ ਲੈਟਰ ਵੀ ਆ ਗਿਆ ਕਿ ਖਰੀਦ ਜਿਹੜੀ ਹੈ MSP ਤੇ ਖਰੀਦ ਜਿਹੜੀ ਹੈ ਉਹ ਫਟਾਫਟ ਕਰਨਾ ਸ਼ੁਰੂ ਕਰੋ, ਔਰ ਸ਼ੁਰੂ ਵੀ ਹੋ ਗਈ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਆ ਕੇ ਕਹਿਤਾ MSP ਜਾਰੀ रहेगी, सरकारी खरीद जारी रहेगी। लेकिन क्योंकि पंजाब के अंदर कांग्रेस दे 3.5 सालों के अंदर नवे भ्रष्टाचार के कीर्तिमान होए ने, ये किसानों के हतेशी कितना हो सकते हैं? अमरिंदर सिंह जी ने जो सत्ता प्राप्त की थी, जो उन्होंने किसानों नाल वादा किया कि मैं पूर्ण ऋण माफ करांगा, 90,000 करोड़ रुपया क्या माफ करता, ये किसानों के हतेशी ने किया गया। ये अपना भ्रष्टाचार, चाहे वो गरीब बच्चों का, दलित बच्चों का जोड़ा वजीफा सी, ਉਹਦੇ अंदर जोड़ा भ्रष्टाचार होया ਉਹਨੂੰ ਛੁਪਾਉਣ ਲਈ, शराब माफिया ਨੂੰ ਛੁਪਾਉਣ ਦੇ ਲਈ, माइनिंग माफिया ਨੂੰ ਛੁਪਾਉਣ ਦੇ ਲਈ किसान के मोढे का प्रयोग इन्होंने किया। और मैं इन्हू दसदे हुए इदां ਦੀਆਂ सरकारां कदी नहीं देखियां। DC ऑफिस के अंदर सरकार द्वारा लैटर जाती है, इन्हां दे वीडियो पंचायतों नूं लिखते हैं
ਕਿ ਤੁਹਾਡੀ ਪੰਚਾਇਤ ਦੇ ਅੰਦਰ ਇਹ ਜਿਹੜਾ ਕਿਸਾਨਾਂ ਦਾ ਧਰਨਾ ਇਹਨੂੰ ਸਫਲ ਕਰੋ। ਇਹ ਕਿਸਾਨ ਇਹਨਾਂ ਦੁਆਰਾ ਪ੍ਰਜੋਤਿਤ ਹੈ, ਡੀਸੀ ਆਫਿਸ ਦੇ ਅੰਦਰ ਲੈਟਰ ਜਾਰੀ ਹੈ, ਡੀਸੀ ਆਫਿਸ ਦੇ ਅੰਦਰ। ਇਹਦਾ ਮਤਲਬ ਹੈ ਕਿ ਇਹ ਸਰਕਾਰ ਆਪਣੇ ਨਾਕਾਮੀਆਂ ਨੂੰ ਛੁਪਾ ਰਹੀ ਹੈ। ਦੂਸਰੇ ਪਾਸੇ ਦੂਸਰਾ ਮੁੱਦਾ ਹੈ ਪੰਜਾਬ, ਪੰਜਾਬੀਅਤ ਔਰ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨਾ ਪੰਜਾਬ ਭਾਰਤੀ ਜਨਤਾ ਪਾਰਟੀ ਦਾ ਸੰਕਲਪ ਹੈ। ਔਰ ਦੇਸ਼ ਦੇ ਅੰਦਰ ਕਿਸਾਨਾਂ ਦੀ ਰਾਖੀ ਕਰਨਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਸੰਕਲਪ ਹੈ। ਔਰ ਇਹ ਜਿਤਨੇ ਵੀ ਉਪਰਾਲੇ ਹੋਏ ਨੇ, ਇਹ ਜਿਤਨਾ ਵੀ ਰਿਫਾਰਮ ਹੋਇਆ, ਇਹ ਕਿਸਾਨਾਂ ਦਾ ਜੀਵਨ ਸਤਰ ਉੱਚਾ ਹੋਏ, ਉਹਨਾਂ ਦੀ ਆਮਦਨ ਉੱਚੀ ਹੋਏ, ਇਸ ਕਰਕੇ ਇਹ ਲਿਆਂਦਾ ਗਿਆ। ਔਰ ਦੂਸਰਾ ਮੁੱਦਾ ਅਕਾਲੀ ਦਲ ਨੇ ਪੰਜਾਬੀ ਭਾਸ਼ਾ ਨੂੰ ਲੈ ਕੇ ਉਹਦੀ ਆੜ ਲਈ ਹੈ। JNK ਦੇ ਅੰਦਰ ਕਿਆ ਕਿਸੇ ਸਟੇਟ 'ਚ ਆਇਆ ਜਾਂ JNK 'ਚ ਪਹਿਲਾਂ ਹੈਗੀ ਸੀ? ਭਾਰਤੀ ਜਨਤਾ ਪਾਰਟੀ ਪੰਜਾਬ ਨੇ ਮੰਗ ਕੀਤੀ ਔਰ ਉਹਨਾਂ ਨੇ ਜਿਹੜਾ ਉਹ ਕਾਨੂੰਨ ਆਇਆ ਸਥਾਨੀ ਭਾਸ਼ਾਵਾਂ ਨੂੰ ਲੈ ਕੇ, ਉਹਦੀ ਧਾਰਾ 4 ਇੱਕ ਨਵੀਂ ਕਲਾਸ ਪਾਈ ਹੈ, 4 ਹੀ ਹੈ ਨਾ ਜੀ, ਨਵੀਂ ਕਲਾਸ ਦੇ ਅੰਦਰ ਪੰਜਾਬੀ ਪ੍ਰਮੋਟ ਹੋਏ JNK ਦੇ ਅੰਦਰ, ਇਹਦਾ ਪ੍ਰਾਵਧਾਨ ਕੀਤਾ। ਬੀਜੇਪੀ ਪੰਜਾਬ, ਪੰਜਾਬੀਅਤ ਔਰ ਪੰਜਾਬ ਦੇ ਲੋਕਾਂ ਦੇ ਪ੍ਰਤੀ ਜਵਾਬਦੇਹੀ ਹੈ। ਇਸ ਕਰਕੇ ਜਿਹੜੇ ਕਾਰਨ ਦੱਸੇ ਉਹਨਾਂ ਨੇ ਉਹ ਪ੍ਰਿਆਪਤ ਨਹੀਂ ਹੈ। ਔਰ ਭਾਰਤੀ ਜਨਤਾ ਪਾਰਟੀ ਹਰ ਸਥਿਤੀ ਦੇ ਅੰਦਰ ਅੱਜ ਵੀ ਤੁਹਾਡੇ ਮਾਧਿਅਮ ਨਾਲ ਕਿਸਾਨ ਭਾਈਚਾਰਿਆਂ ਨੂੰ ਇਹ ਕਹਿੰਦੀ ਹੈ ਕਿ ਮੋਦੀ ਨੇ ਕਰਕੇ ਦੱਸਿਆ, ਇਹ 6000 ਦੀ ਕਲਪਨਾ ਕੋਈ ਨਹੀਂ ਕਰ ਸਕਦਾ ਸੀ ਮੇਰੇ ਖਾਤੇ 'ਚ ਸਿੱਧਾ ਆਏਗਾ। ਕਾਰਨ ਨੇ ਉਹਨਾਂ ਦੁਆਰਾ ਪਿੱਛੇ ਕਿਸਾਨਾਂ ਲਈ ਕੀਤੇ ਗਏ ਕੰਮ, ਉਹਨਾਂ ਨੂੰ ਦੇਖਦੇ ਹੋਏ ਮੋਦੀ ਜੀ ਦੀ ਗੱਲ ਤੇ ਵਿਸ਼ਵਾਸ ਕਰੋ। ਪੂਰੀ ਤਰ੍ਹਾਂ ਨਾਲ ਸਰਕਾਰੀ ਖਰੀਦ ਵੀ ਹੋਏਗੀ, ਹੁੰਦੀ ਰਹੇਗੀ ਔਰ MSP ਵੀ परमानेंट रहेगी। और भारतीय जनता पार्टी पंजाब ये कहना चाहती है कि ये कांग्रेस आम आदमी पार्टी जिहड़ा ये खेल खेल रही है, इस तो बाहर आओ, तुसी साडे नाल संपर्क करो, असीं तुहाडी गल करन नाल नूं सुनन नूं तैयार हां। मैं पहलां भी मिलिया सी, हुण भी मेरी सारी जथेबंदियां नूं पंजाब दे अमन लई, पंजाब दी शांति लई, पंजाब दे भाईचारे लई, लोकतंत्र दे अंदर अपनी गलबात कहण दा अधिकार है। ਤੁਹਾਨੂੰ भी हैगा, सानू भी हैगा। तुसी जदों चाहो असीं तुहाडे नाल बैठण नूं तैयार हां। और अगर तुहानूं लगदा कि तुहाडीआं शंकावां दा निवारण असीं नहीं कर पा रहे, असीं तुहानूं केंद्र दे अंदर भी बिठा सकदे हां। और ये गल मैं अज कोई पहली बारी नहीं दोहरा रहा, ये समय समय के उत्ते मैं कहा। और ये पंजाब की खुशहाली अमन लई, पंजाब के अंदर भाईचारा बने लई, इहदे लई भी बड़ा जरूरी है। यही गल कहने के लिए मैं तुहाडे सामने आया सी। बहुत बहुत धन्यवाद। एक दो सवाल है शर्मा जी, एक दो सवाल ज्यादा नहीं, 2 मिनट ही दे दो। ਜਿਹੜੇ ਸਾਥੀ ਨਹੀਂ ਆਏ ਫਿਰ ਇਤਰਾਜ਼ ਕਰਨਗੇ ਕਿ ਤੁਹਾਨੂੰ ਮਨਾ ਕਰਤਾ ਸੀ 10 ਕਾਨਫਰੰਸ ਕਰਤੀ।